प्यारे विद्यार्थियों, मैं तुहाडा अपना पंजाबी अध्यापक रविंदर सिंह, सरकारी सीनियर सैकेंडरी स्कूल सकरौली। अज दी इस वीडियो का उद्देश 10वीं क्लास के विद्यार्थियों लई सौखी भाषा विच सरल शब्दां दे विच गुरमत काव्य अधीन आउंदे शब्द सो क्यों मंदा आखिए दी व्याख्या करना है। उम्मीद करदा हाँ ते पूरी कोशिश करांगा तुहानू मैं सौखी भाषा दे विच कुछ समझावां तां जो तुसी प्यारे विद्यार्थियों इन्हां दे अर्थ समझ के चंगी तरह कुछ ग्रहण करके 10वीं जमात नूं पास करना है। ਅਤੇ ਗੁਰੂ ਨਾਨਕ ਦੇਵ जी ਦੀ ਜਿਹੜੀ ਇਹ ਸਿੱਖਿਆ ਹੈ, ਇਹ ਸ਼ਬਦ ਦੀ ਸਿੱਖਿਆ ਹੈ, ਉਹਨਾਂ ਨੂੰ ਜੀਵਨ ਦੇ ਵਿੱਚ ਤੁਸੀਂ ਪੂਰਨ ਤੌਰ ਤੇ ਧਾਰਨ ਵੀ ਕਰਨਾ ਹੈ। ਇਹ ਜਿਹੜਾ ਸ਼ਬਦ ਹੈ ਗੁਰੂ ਨਾਨਕ ਦੇਵ ਜੀ ਦਾ ਆਸਾ ਦੀ ਵਾਰ ਦੇ ਵਿੱਚੋਂ ਲਿਆ ਗਿਆ ਸ਼ਬਦ ਹੈ। ਆਓ ਅਸੀਂ ਪਹਿਲਾਂ ਪੂਰਾ ਸ਼ਬਦ ਪੜ੍ਹਦੇ ਹਾਂ। ਭੰਡ ਜੰਮੀਐ ਭੰਡ ਨੇਮੀਐ ਭੰਡ ਮੰਗਣ ਵੀਆ ਭੰਡੋ ਹੋਵੈ ਦੋਸਤੀ ਭੰਡੋ ਚੱਲੈ ਰਾ ਭੰਡ ਮੂਆ ਭੰਡ ਭਾਲੀਐ ਭੰਡ ਹੋਵੈ ਬੰਧਾਨ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਭੰਡੋ ਹੀ ਭੰਡ ਉਪਜੈ ਭੰਡੈ ਬਾਜ ਨਾ ਕੋਏ ਨਾਨਕ ਭੰਡੇ ਬਾਹਰਾ ਏਕੋ ਸੱਚਾ सोई। जित मुख सदा सलाही है भागां रती चार नानक ते मुख उजले तित सच्चै दरबार। ये पूर्ण शब्द गुरु नानक देव जी का उचारण किया होया आसा दी वार दे विचों लिया गया है। जिस तरह तुहानूं पता ही है प्यारे विद्यार्थियों, गुरु नानक देव जी का जन्म 15 अप्रैल 1469 ईस्वी ਨੂੰ ਰਾਏ ਭੋਏ ਦੀ ਤਲਵੰਡੀ, ਜਿਸ ਨੂੰ ਅੱਜ ਕੱਲ੍ਹ ਨਨਕਾਣਾ ਸਾਹਿਬ ਜੋ ਕਿ ਪਾਕਿਸਤਾਨ ਦੇ ਵਿੱਚ ਹੈ, ਉੱਥੇ ਉਹਨਾਂ ਦਾ ਜਨਮ ਹੋਇਆ। ਪਿਤਾ ਮਹਿਤਾ ਕਲਿਆਣ ਦਾਸ ਜੀ ਅਤੇ ਮਾਤਾ ਤ੍ਰਿਪਤਾ ਦੇਵੀ ਜੀ, ਅਤੇ ਉਹਨਾਂ ਦੀ ਭੈਣ ਦਾ ਨਾਮ ਬੇਬੇ ਨਾਨਕੀ ਸੀ। ਸਤਿਕਾਰ ਵਜੋਂ ਵੱਡੀ ਭੈਣ ਨੂੰ ਬੇਬੇ ਜਾਂ ਬੀਬੀ ਆਖਿਆ ਜਾਂਦਾ ਹੈ, ਤਾਂ ਉਹ ਪਹਿਲਾਂ ਜ਼ਮਾਨੇ ਵਿੱਚ ਬੇਬੇ ਆਖਦੇ ਸਨ। ਸੋ ਉਸ ਸਤਿਕਾਰ ਵਜੋਂ ਉਹਨਾਂ ਨੂੰ ਬੇਬੇ ਆਖਿਆ ਜਾਂਦਾ ਹੈ, ਕਿਉਂਕਿ ਉਹਨਾਂ ਦਾ ਜਿਹੜਾ ਮੁੱਖ ਮਕਸਦ ਸੀ ਔਰਤ ਨੂੰ ਮਹੱਤਤਾ ਦੇਣਾ, ਇਸ ਅੱਜ ਦੇ ਸ਼ਬਦ ਦਾ ਮੁੱਖ ਕੇਂਦਰੀ ਭਾਵ ਹੈ। ਆਓ ਪਿਆਰੇ ਵਿਦਿਆਰਥੀਓ, ਸ਼ਬਦ ਜਿਹੜਾ ਹੈ ਅਸੀਂ ਵਿਆਖਿਆ ਸ਼ੁਰੂ ਕਰਦੇ ਹਾਂ। ਉਮੀਦ ਕਰਦਾ ਤੁਹਾਨੂੰ ਪਸੰਦ ਆਊਗੀ, ਤੁਸੀਂ ਇਸ ਦਾ ਲਾਹਾ ਜ਼ਰੂਰ ਪ੍ਰਾਪਤ ਕਰੋਗੇ। ਇਸ ਸ਼ਬਦ ਦੇ ਇੱਕ ਸ਼ਬਦ ਹੈ ਭੰਡ, ਜੋ ਕਿ ਬਹੁਤ ਵਾਰ ਉਚਾਰਨ ਹੋਇਆ ਹੈ। ਭੰਡ ਦਾ ਅਰਥ ਪਿਆਰੇ ਵਿਦਿਆਰਥੀਓ ਇਸਤਰੀ ਹੁੰਦਾ ਹੈ, ਔਰਤ ਹੁੰਦਾ ਹੈ। ਹੁਣ ਪੂਰੇ ਸ਼ਬਦ ਦੇ ਵਿੱਚ ਜੇ ਕਿਧਰੇ ਮੈਂ ਭੰਡ ਸ਼ਬਦ ਭੁੱਲ ਵੀ ਜਾਵਾਂ ਤਾਂ ਉਹਦਾ ਮੁੱਖ ਉਦੇਸ਼ ਉਹੀ ਹੈ, ਔਰਤ ਹੀ ਉਸ ਦਾ ਅਰਥ ਹੈ, ਤੇ ਔਰਤ ਸ਼ਬਦ ਮੈਂ ਵਰਤਾਂਗਾ। ਆਓ ਸ਼ਬਦ ਉਚਾਰਨ ਕਰਦੇ ਹਾਂ, ਵਿਆਖਿਆ ਸ਼ੁਰੂ ਕਰਦੇ ਹਾਂ। ਭੰਡ ਜੰਮੀਐ ਭੰਡ ਨੇਮੀਐ ਭੰਡ ਮੰਗਣ ਵੀਆ। ਗੁਰੂ ਨਾਨਕ ਦੇਵ ਜੀ ਸਮਝਾਉਂਦੇ ਹਨ, ਭੰਡ ਭਾਵ ਇਸਤਰੀ, ਅਸੀਂ ਭਾਵ ਮਨੁੱਖ, ਭਾਵ ਸਾਰਾ ਸੰਸਾਰ ਜਗਤ ਜੋ ਹੈ ਉਹ ਇਸਤਰੀ ਤੋਂ ਪੈਦਾ ਹੋਇਆ। ਭੰਡ ਜੰਮੀ ਹੈ ਭਾਵ ਇਸਤਰੀ ਤੋਂ ਮਨੁੱਖ ਜਿਹੜਾ ਪੈਦਾ ਹੁੰਦਾ ਹੈ। ਭੰਡ ਨੇਮੀ ਹੈ ਭਾਵ ਇਸਤਰੀ ਦੇ ਪੇਟ ਵਿੱਚ ਮਨੁੱਖ ਦਾ ਸਰੀਰ ਬਣਦਾ ਹੈ, ਪਲਦਾ ਹੈ 9 ਮਹੀਨੇ ਤੱਕ। ਭੰਡ ਜੰਮੀ ਹੈ ਭੰਡ ਨਿਮੀ ਹੈ ਭੰਡ ਮੰਗਣ, ਇਸਤਰੀ ਦੇ ਨਾਲ ਹੀ। ਭੰਡ ਦਾ ਅਰਥ ਪਿਆਰੇ ਵਿਦਿਆਰਥੀ ਯਾਦ ਰੱਖਣਾ ਤੁਸੀਂ, ਭੰਡ ਦਾ ਅਰਥ ਇਸਤਰੀ ਜਾਂ ਔਰਤ ਹੁੰਦਾ ਹੈ। ਇਸਤਰੀ ਦੇ ਨਾਲ ਹੀ ਮਨੁੱਖ ਦਾ
ਮੰਗਣਾ ਹੁੰਦਾ ਹੈ, ਵਿਆਹ ਹੁੰਦਾ ਹੈ। ਭਾਵ ਸਾਰਾ ਕਾਰਜ ਇਸਤਰੀ ਦੇ ਦੁਆਲੇ ਹੀ ਘੁੰਮਦਾ ਹੈ। ਇਸਤਰੀ ਤੋਂ ਬਗੈਰ ਮਨੁੱਖ ਦਾ ਜੀਵਨ ਪੂਰਨ ਨਹੀਂ ਹੁੰਦਾ। ਭੰਡੋ ਹੋਵੇ ਦੋਸਤੀ। ਮਨੁੱਖ ਦੀ ਜਿਹੜੀ ਦੋਸਤੀ ਹੈ, ਸੰਸਾਰਿਕ ਦੋਸਤੀ ਹੈ, ਉਹ ਵੀ ਇੱਕ ਔਰਤ ਦੇ ਨਾਲ ਹੁੰਦੀ ਹੈ। ਭੰਡੋ ਚੱਲੇ ਰਾਹ। ਵਿਆਹ ਤੋਂ ਬਾਅਦ ਸੰਸਾਰਿਕ ਯਾਤਰਾ ਸ਼ੁਰੂ ਹੁੰਦੀ ਹੈ, ਪਰਿਵਾਰਿਕ ਯਾਤਰਾ ਸ਼ੁਰੂ ਹੁੰਦੀ ਹੈ। ਉੱਥੋਂ ਹੀ ਪਰਿਵਾਰ ਦਾ ਜਿਹੜਾ ਵਿਕਾਸ ਸ਼ੁਰੂ ਹੋ ਜਾਂਦਾ ਹੈ। ਭਾਵ ਪਰਿਵਾਰ ਦੇ ਵਿੱਚ ਜਦੋਂ ਇਸਤਰੀ ਵਿਆਹ ਕੇ ਆਉਂਦੀ ਹੈ, ਲੜਕੀ ਵਿਆਹ ਕੇ ਆਉਂਦੀ ਹੈ, ਤਾਂ ਉਹ ਵਹੁਟੀ ਬਣਦੀ ਹੈ, ਬਹੂ ਬਣਦੀ ਹੈ, ਨੂੰਹ ਬਣਦੀ ਹੈ। ਉਸ ਤੋਂ ਅੱਗੇ ਸਾਲ ਬਾਅਦ ਜਾਂ ਉਸ ਤੋਂ ਅੱਗੇ ਜੀਵਨ ਦੇ ਵਿੱਚ ਉਹ ਔਰਤ ਜਿਹੜੀ ਹੈ ਮਾਂ ਦਾ ਦਰਜਾ ਪ੍ਰਾਪਤ ਕਰਦੀ ਹੈ। ਬੱਚੇ ਦਾ ਵਿਕਾਸ ਹੁੰਦਾ ਹੈ, ਪਰਿਵਾਰ ਦਾ ਵਿਕਾਸ ਹੁੰਦਾ ਹੈ। ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹ। ਇਸ ਤਰ੍ਹਾਂ ਸਾਰੇ ਸੰਸਾਰ ਦਾ ਰਾਹ ਇਸਤਰੀ ਦੁਆਰਾ ਹੀ ਪੂਰਾ ਹੁੰਦਾ ਹੈ। ਜੇ ਅਸੀਂ ਇਸ ਨੂੰ ਦੂਸਰੇ ਸ਼ਬਦਾਂ ਵਿੱਚ ਆਖੀਏ ਕਿ ਸਾਰਾ ਸੰਸਾਰ ਚੱਲਦਾ ਹੀ ਇਸਤਰੀ ਤੋਂ ਹੈ, ਤਾਂ ਇਹਦੇ ਵਿੱਚ ਕੋਈ ਅਤਕਥਨ ਨਹੀਂ। ਗੁਰੂ ਨਾਨਕ ਦੇਵ ਜੀ ਇਸੇ ਤਰ੍ਹਾਂ ਹੀ ਸਮਝਾ ਕੇ ਇਸਤਰੀ ਦੀ ਮਹੱਤਤਾ ਬਿਆਨ ਕਰਦੇ ਹਨ। ਭਾਈ ਇਸਤਰੀ ਤੋਂ ਬਗੈਰ ਸਾਰਾ ਸੰਸਾਰ ਜਨਮ ਲੈਂਦਾ ਹੈ, ਇਸਤਰੀ ਤੋਂ ਬਗੈਰ ਸਾਰਾ ਸੰਸਾਰ ਨਹੀਂ ਚੱਲ ਸਕਦਾ। ਭੰਡ ਮੂਆ। ਭੰਡ ਦਾ ਭਾਵ ਇਸਤਰੀ ਜਦੋਂ ਮਰ ਜਾਂਦੀ ਹੈ, ਭਾਵ ਵਿਆਹ ਹੁੰਦਾ ਹੈ, ਵਿਆਹ ਤੋਂ ਬਾਅਦ ਕਈ ਦਫਾ ਅਸੀਂ ਦੇਖਿਆ ਕਿ ਲੜਕੀ ਦਾ ਵਿਆਹ ਤੋਂ ਬਾਅਦ ਜਾਂ ਵਿਆਹ ਤੋਂ ਬਾਅਦ ਲੜਕੀ ਦੀ ਮੌਤ ਹੋ ਜਾਂਦੀ ਹੈ। ਫਿਰ ਲੜਕੇ ਵਾਸਤੇ ਇੱਕ ਹੋਰ ਲੜਕੀ ਦੀ, ਔਰਤ ਦੀ ਭਾਲ ਕੀਤੀ ਜਾਂਦੀ ਹੈ। ਭੰਡ ਮੂਆ। ਜਦੋਂ ਔਰਤ ਮਰ ਜਾਂਦੀ ਹੈ ਤਾਂ ਫਿਰ ਮੁੰਡੇ ਵਾਸਤੇ ਇੱਕ ਹੋਰ ਔਰਤ ਜਾਂ ਲੜਕੀ ਲੱਭਣ ਦਾ ਯਤਨ ਕੀਤਾ ਜਾਂਦਾ ਹੈ। ਭੰਡ ਮੂਆ। ਭੰਡ ਭਾਲੀ ਹੈ, ਫਿਰ ਇਸਤਰੀ ਨੂੰ ਲੱਭਿਆ ਜਾਂਦਾ ਹੈ, ਭਾਲਿਆ ਜਾਂਦਾ ਹੈ, ਅਤੇ ਫਿਰ ਉਸ ਦਾ ਵਿਆਹ ਕੀਤਾ ਜਾਂਦਾ ਹੈ। ਭੰਡ ਹੋਵੇ ਬੰਧਨ। ਫਿਰ ਉਸ ਦਾ ਬੰਧਨ ਉਸ ਲੜਕੇ ਦੇ ਨਾਲ ਜੋੜਿਆ ਜਾਂਦਾ ਹੈ। ਭਾਵ ਜੀਵਨ ਦਾ ਪੜਾਅ ਔਰਤ ਤੋਂ ਬਗੈਰ ਪੂਰਾ ਨਹੀਂ ਹੁੰਦਾ। ਸੋ ਕਿਉ ਮੰਦਾ ਆਖੀਐ। ਫਿਰ ਜੇ ਇਹ ਜੀਵਨ ਦਾ ਪੜਾਅ ਔਰਤ ਤੋਂ ਬਗੈਰ ਪੂਰਾ ਨਹੀਂ ਹੁੰਦਾ, ਗੁਰੂ ਨਾਨਕ ਦੇਵ ਜੀ ਸਮਝਾਉਣਾ ਕਰਦੇ ਹਨ ਕਿ ਭਾਈ ਜਿਸ ਇਸਤਰੀ ਤੋਂ ਰਾਜੇ ਮਹਾਰਾਜੇ, ਗੁਰੂ, ਪੀਰ, ਪੈਗੰਬਰ, ਸੰਤ, ਵਿਗਿਆਨੀ, ਰਾਜਨੀਤਿਕ ਵੇਤਾ ਅਤੇ ਵੱਡੇ ਵੱਡੇ ਮਹਾਂਪੁਰਸ਼ ਪੈਦਾ ਹੁੰਦੇ ਹਨ, ਉਸ ਇਸਤਰੀ ਨੂੰ ਬੁਰਾ ਨਹੀਂ ਆਖਣਾ ਚਾਹੀਦਾ, ਮੰਦਾ ਨਹੀਂ ਆਖਣਾ ਚਾਹੀਦਾ। ਇਹ ਗੁਰੂ ਨਾਨਕ ਦੇਵ ਜੀ ਨੂੰ ਤਾਂ ਸ਼ਬਦ ਉਚਾਰਨ ਕਰਨਾ ਪਿਆ ਕਿਉਂਕਿ ਉਸ ਸਮੇਂ ਦੇ ਵਿੱਚ ਔਰਤ ਨੂੰ ਪੈਰ ਦੀ ਜੁੱਤੀ, ਨੀਵਾਂ ਹੋਣਾ, ਪਰਦੇ ਦੇ ਵਿੱਚ ਰੱਖਣਾ ਅਤੇ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਕੁਰੀਤੀਆਂ ਨੇ ਪ੍ਰਚਲਿਤ ਸਨ। ਗੁਰੂ ਨਾਨਕ ਦੇਵ ਜੀ ਨੇ ਔਰਤ ਦੇ ਪੱਖ ਵਿੱਚ ਆਵਾਜ਼ ਬੁਲੰਦ ਕਰਕੇ ਉਸ ਨੂੰ ਮਾਣ ਸਨਮਾਨ ਦਿੱਤਾ, ਉੱਚਾ ਦਰਜਾ ਦਿੱਤਾ। ਅੱਜ ਦੀਆਂ ਔਰਤਾਂ, ਲੜਕੀਆਂ, ਪਿਆਰੇ ਵਿਦਿਆਰਥਣੋਂ, ਤੁਸੀਂ ਪੜ੍ਹ ਰਹੀਆਂ ਹੋ, ਬੜੇ ਮਾਣ ਮਹਿਸੂਸ ਕਰਿਆ ਕਰੋ ਕਿ ਗੁਰੂ ਨਾਨਕ ਦੇਵ ਜੀ ਨੇ ਤੁਹਾਡੇ ਪੱਖ ਦੇ ਵਿੱਚ, ਹੱਕ ਦੇ ਵਿੱਚ ਬਹੁਤ ਵੱਡੀ ਗੱਲ ਕਰਕੇ ਅੱਜ ਤੁਸੀਂ ਪਰਦੇ ਤੋਂ ਬਗੈਰ ਆਮ ਸਧਾਰਨ ਜੀਵਨ ਦੇ ਵਿੱਚ ਤੁਸੀਂ ਪੜ੍ਹ ਲਿਖ ਸਕਦੀਆਂ ਹੋ। ਤੁਹਾਨੂੰ ਪੜ੍ਹਨਾ ਲਿਖਣਾ ਚਾਹੀਦਾ ਹੈ। ਤਾਂ ਗੁਰੂ ਨਾਨਕ ਦੇਵ ਜੀ ਸਮਝਾਉਣਾ ਕਰਦੇ ਹਨ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਭਾਵ ਉਸ ਔਰਤ ਨੂੰ ਮੰਦਾ ਕਿਉਂ ਆਖਿਆ ਜਾਏ ਜਿਸ ਤੋਂ ਸਾਰਾ ਸੰਸਾਰ ਪੈਦਾ ਹੁੰਦਾ ਹੈ। ਭੰਡੋ ਹੀ ਭੰਡ ਉਪਜੈ। ਭੰਡੋ ਇਸਤਰੀ, ਇਸਤਰੀ ਤੋਂ ਹੀ ਇਸਤਰੀ ਪੈਦਾ ਹੁੰਦੀ ਹੈ, ਔਰਤ ਤੋਂ ਹੀ ਇੱਕ ਲੜਕੀ ਪੈਦਾ ਹੁੰਦੀ ਹੈ। ਭੰਡੋ ਹੀ ਭੰਡ ਉਪਜੈ, ਭੰਡੈ ਬਾਝ ਨਾ ਕੋਈ। ਉਸ ਔਰਤ ਤੋਂ ਹੀ ਔਰਤ
ਪੈਦਾ ਹੁੰਦੀ ਹੈ, ਉਸ ਔਰਤ ਤੋਂ ਬਗੈਰ ਕੋਈ ਨਹੀਂ। ਭਾਵ ਸਾਰਾ ਸੰਸਾਰ ਇਸਤਰੀ ਤੋਂ ਪੈਦਾ ਹੋਇਆ ਹੈ। ਭੰਡੋ ਹੀ ਭੰਡ ਉਪਜੈ, ਭੰਡੈ ਬਾਝ ਨਾ ਕੋਈ। ਇਸਤਰੀ ਤੋਂ ਬਗੈਰ ਕੋਈ ਵੀ ਵਿਅਕਤੀ ਪੈਦਾ ਨਹੀਂ ਹੋਇਆ। ਨਾਨਕ ਭੰਡੈ ਬਾਹਰਾ, ਨਾਨਕ ਦੇਵ ਜੀ ਆਖਦੇ ਹਨ ਉਹ ਇੱਕ ਅਕਾਲ ਪੁਰਖ ਪਰਮਾਤਮਾ ਨਾਨਕ ਭੰਡੈ ਬਾਹਰਾ, ਇੱਕੋ ਸੱਚਾ ਸੋਚ। ਉਹ ਇੱਕ ਅਕਾਲ ਪੁਰਖ ਪਰਮਾਤਮਾ ਜੋ ਕਿ ਆਪਣੇ ਆਪ ਤੋਂ ਪੈਦਾ ਹੋਇਆ, ਇਸਤਰੀ ਤੋਂ ਪੈਦਾ ਨਹੀਂ ਹੋਇਆ। ਬਾਕੀ ਦਾ ਸਾਰਾ ਸੰਸਾਰ, ਸਾਰੇ ਜੀਵ ਇੱਕ ਔਰਤ ਤੋਂ ਪੈਦਾ ਹੋਏ ਹਨ। ਅਤੇ ਇਹ ਔਰਤ ਦੀ ਬਹੁਤ ਵੱਡੀ ਮਹੱਤਤਾ ਜਿਹੜੀ ਬਿਆਨ ਕੀਤੀ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਉਹ ਜੋ ਇਸਤਰੀ ਤੋਂ ਪੈਦਾ ਨਹੀਂ ਹੋਇਆ ਉਹ ਅਕਾਲ ਪੁਰਖ ਪਰਮਾਤਮਾ ਜਿਤ ਮੁਖ ਸਦਾ ਸਲਾਹੀ ਹੈ। ਜਿਤ ਮੈਨੇ ਜਿਹੜੇ, ਮੁਖ ਮੈਨੇ ਮੂੰਹ, ਜਿਹੜੇ ਮੂੰਹ ਦੇ ਨਾਲ ਸਦਾ ਸਲਾਹੀ ਹੈ। ਭਾਵ ਉਸ ਮੁਖ ਦੇ ਨਾਲ ਉਸ ਪਰਮਾਤਮਾ ਨੂੰ ਸਲਾਹੀਏ। ਭਾਗਾਂ ਰੱਤੀ ਚਾਰ, ਭਾਗਾਂ ਵਾਲੇ। ਭਾਗਾਂ ਰੱਤੀ ਇੱਕ ਮੁਹਾਵਰਾ ਹੈ ਪਿਆਰੇ ਵਿਦਿਆਰਥੀਓ, ਅਤੇ ਚਾਰ ਦਾ ਅਰਥ ਹੁੰਦਾ ਸੁੰਦਰ। ਗੁਰਬਾਣੀ ਦੇ ਵਿੱਚ ਚਾਰ ਦਾ ਅਰਥ ਸੁੰਦਰ ਹੁੰਦਾ ਹੈ। ਇਸ ਚਾਰ ਦਾ ਅਰਥ ਤੁਸੀਂ ਅੰਕਾਂ ਵਾਲਾ ਚਾਰ ਨਹੀਂ ਕਰਨਾ, ਚਾਰ ਦਾ ਅਰਥ ਸੁੰਦਰ। ਭਾਵ ਜਿਹੜੇ ਵਿਅਕਤੀ